समाजवाद का बड़ा चेला आसाराम का भगत भावे पप्पू राहुल गांधी ने लाता मगर कांग्रेस तो हाले भी मुन्नी नालों वध बदनाम है। ये सारिया चीज़ां पब्लिक डोमेन च लोगों तक जाणगियां कि इस तरह लोग मूर्ख नहीं बनाई गई। देखो कार्रवाई एक के खिलाफ क्यों मंगते हैं, जिन्हें जिन्हें गलत काम किया अज दूजे की भी आई खड़ी है। श्रोमणी अकाली दल ने इस मामले नूं कितनी बारी उठाया, 150 करोड़ का चूना 125 करोड़ लिखिया, मगर जे उस ते असली जाके उहदी इनक्वायरी होवे ते टोटल जे खजाने नूं चूने की गल है वो 400 करोड़ रुपए का एक महकमे दी है जिहड़ी JCT इलैक्ट्रॉनिक्स है। मैमोरेंडम ऑफ अंडरस्टैंडिंग उस बड़े स्पष्ट ये गल करती है कि जदों भी ये मिल विकूगी ਉਹਦਾ 150-200 करोड़ तक कला महकमे नूं आउणा, मगर फिर जे तुसीं जमीन बेचोगे, जे नाल दी जमीन उत्थे पूडा ऑप्शन कर रही है 30,000 ते ये 5,000 ते क्यों दे रहे और क्यों नहीं वो पैसे जमा कराए गए। एडी वड्डी धांधली ओदी भी मैं तुहानूं फुल एक प्रॉपर तरीके नाल ओदी ब्रीफिंग देवांगे। बहुत वड्डी वड्डी धांधली एक वजीर दी निकली नहीं। घट्टो घट्ट माइनिंग माफिया ਜਿਹੜਾ ਅੱਜ ਕਹਿੰਦੇ ਨਵੇਂ ਪ੍ਰਧਾਨ ਦਾ ਦਫ਼ਤਰ ਵੀ ਚਲਾਊਗਾ, ਸਭ ਕੁਝ ਕਰੂਗਾ, ਅੱਜ ਉਹ ਸਾਰੇ ਪਵਿੱਤਰ ਹੋ ਗਏ ਜਦੋਂ ਇੱਧਰ ਚੜ ਗਏ। ਅੱਜ ਉਹ ਮੁੱਦੇ ਕਿੱਧਰ ਗਏ? ਇਸ ਲਈ ਇਸ ਤਰ੍ਹਾਂ ਲੋਕਾਂ ਦਾ ਮੂਰਖ ਨਹੀਂ ਬਣਾਇਆ ਜਾ ਸਕਦਾ। ਉਹ ਜਿਹੜੇ ਸ਼ਰਾਬ ਨਾਲ 250 ਮੌਤਾਂ ਹੋਈਆਂ ਸਨ, ਅੱਜ ਜੇ ਇੱਧਰ ਆ ਕੇ ਖਲੋਗੇ ਤੇ ਉਹ ਸ਼ਰਾਬ ਮਾਫੀਆ ਹੁਣ ਇਹਨਾਂ ਤੇ ਮਿਹਰ ਹੋ ਗਈ ਇਹਨਾਂ ਦੀ। सौदे साथ चेले जी नवजोत इंसा दी उत्ते आशीर्वाद हो गया। इस तरह गड्डी चलनी सर कुर्सी की लड़ाई खत्म हो गई है कांग्रेस। हाँ जी, कुर्सी की लड़ाई खत्म हो गई है, यानी कि कांग्रेस क्योंकि देखा है सुनील जाखड़ ने भी बोलने शुरू कर दिए कांग्रेस के तहत नवजोत बनाम जो कैप्टनसी खत्म हो गई। नहीं देखो एक गल तो स्पष्ट हो गई कि लड़ाई सिर्फ कुर्सी की सी, मुद्दों की नहीं सी। क्योंकि वो लोग ਜਿਹੜੇ ਜਿਹਨੂੰ ਕਹਿੰਦੇ ਚੋਰਾਂ ਦੀ ਬਰਾਤ ਉਹ ਤਾਂ ਸਾਰੀ ਹੁਣ ਇੱਧਰ ਮਗਰ ਖਲੋਤੀ ਹੈ। ਹੁਣ ਇਹ ਠੀਕ ਹੋ ਗਏ ਸਾਰੇ ਜਿਹੜੇ ਭੱਜ ਗੱਡੀਆਂ ਚਲਾ ਰਹੇ ਆ, ਜਿਹੜੇ ਡਰਾਮਾ ਕਰ ਰਹੇ, ਕੰਮ ਤਾਂ ਸਾਰਾ 4-4.5 ਸਾਲ ਉਹਨਾਂ ਨੇ ਗਾਹ ਪਾ ਛੱਡਿਆ। ਦੇਖੋ ਤੁਸੀਂ ਅੱਜ ਮੁੱਖ ਮੰਤਰੀ ਦਾ ਜ਼ਿੰਮੇਵਾਰ ਹੈ ਹੀ, ਮਗਰ ਜਿਹੜੇ ਉਹਦੇ ਨਾਲ 18 ਕੈਬਨਿਟ ਦਾ ਵਜ਼ੀਰ ਸਨ ਜਾਂ ਜਿਹੜੇ 70-75-80 MLA ਸੀ, ਜਿਹੜੇ ਕੱਲ ਤੱਕ ਕਹਿੰਦੇ ਸੀ ਕਿ ਸਾਡਾ ਕੈਪਟਨ ਪੰਜਾਬ ਦਾ ਇੱਕੋ ਕੈਪਟਨ, ਅੱਜ ਜੇ ਉਹ ਇੱਧਰ ਆ ਗਏ ਤੇ ਕੀ ਉਹਨਾਂ ਦੇ ਕਾਰਨਾਮਿਆਂ ਤੇ ਪਰਦੇ ਪੈ ਜਾਣਗੇ। ਇਸ ਲਈ ਇਹ ਸਾਰੇ ਮੁੱਦੇ ਐਜ਼ ਇਟ ਇਜ਼ ਸਟੈਂਡ ਕਰ ਰਹੇ ਆ ਔਰ ਸਿਰਫ ਇਹ ਫਰਕ ਪੈ ਗਿਆ ਕਿ ਹੁਣ ਸਰਪ੍ਰਸਤੀ ਪੱਪੂ ਦੀ, ਰਾਹੁਲ ਗਾਂਧੀ ਦੀ ਤੇ ਉਹਨਾਂ ਦੇ ਬਣਾਏ एक जोकिंग प्रेजिडेंट ते 4 वर्किंग प्रेजिडेंट भी हुण उन्हां नूं सरपरस्ती देणगे। तपन नूं गड्डी चों कढ के ले के सवाल सुन लिए फिर नहीं देखो सच्ची गल्लां ने चंगियां ने बड़ा कुछ आऊगा। पहलां तां प्रधान करके गल दब के रखदे सी, ਹੁਣ ਫਾਰਗ ਨੇ ਉਸ ਡਿਊਟੀ ਤੋਂ। ਸਰ ਨਵਜੋਤ ਸਿੰਘ ਸਿੱਧੂ ਮੀਡੀਆ ਕੋ ਕਿਉਂ ਡਰਦੇ ਆ, ਦੂਰੀ ਬਣਾ ਕੇ ਰੱਖਦੇ? ਕੱਲ ਮੀਟਿੰਗ ਸੀ ਚੰਡੀਗੜ੍ਹ, ਉਹ ਕਾਰਜਕਾਰੀ ਤੁਹਾਨੂੰ ਇੱਕ ਦਾ ਜਵਾਬ ਨਹੀਂ ਦੇਣਾ ਉਹਨੇ, ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਕਿਉਂਕਿ ਤੁਹਾਡੇ ਸਵਾਲ ਹੋਣੇ ਸਿੱਧਰੇ ਪੱਧਰੇ ਤੇ ਉਹਨਾਂ ਦਾ ਜਵਾਬ ਹੈ ਕੋਈ ਨਹੀਂ। ਜਿਹੜੇ ਸਰ ਕਾਂਗਰਸ ਹੀ ਕਹਿ ਰਹੇ ਨੇ ਸਰ ਜਿਹੜੇ ਪ੍ਰਧਾਨ ਬਣਨ ਦੇ ਨਾਲ ਇੱਕ ਤਾਂ ਤੁਸੀਂ ਦੱਸਿਓ ਤਕਰਾਰਬਾਜ਼ੀ ਵਾਲੀ ਸਿਆਸਤ ਵੀ ਸ਼ੁਰੂ ਹੋ ਗਈ, ਜਿਵੇਂ ਜਿੱਦਾਂ ਦੇ ਬਿਆਨ ਆਉਣ ਲੱਗ ਪਏ, ਜਿੱਦਾਂ ਸੁਖਪਾਲ ਭੁੱਲਰ ਦੇ ਦਿੱਤਾ ਜਾਂ ਹੋਰ ਹਲਕਿਆਂ ਦੇ ਵਿੱਚ ਬੂਟੇ ਮਾਰ ਕੇ ਕਰਨ ਲੱਗ ਪਏ ਆ। ਇਹ ਜਿਹੜੀ ਔਨ ਰਿਐਲਿਟੀ ਦੇਖ ਰਹੀ, ਤੁਸੀਂ ਕੀ ਕਹਿੰਦੇ ਹੋ? ਉਹ ਯਾਰ ਜਦੋਂ ਉਹਨਾਂ ਦਾ ਆਪ ਦਾ ਇਹ ਜਿਹੜਾ ਉਹਨਾਂ ਦਾ ਜੋਕਿੰਗ ਪ੍ਰੈਜ਼ੀਡੈਂਟ ਹੈ, ਤੁਸੀਂ ਕਦੇ ਅੱਜ ਤੱਕ ਮੈਨੂੰ ਲੱਗਦਾ ਤੁਸੀਂ ਜ਼ਿੰਦਗੀ 'ਚ ਇਹੋ ਜਿਹਾ ਪ੍ਰਧਾਨ ਨਹੀਂ ਵੇਖਿਆ ਹੋਣਾ। ਕੀ ਕਰਦੇ, ਕਿਵੇਂ ਥੁੱਕ ਲਾਉਂਦਾ ਸੀ ਮੈਨੂੰ ਲੱਗਦਾ ਤੁਸੀਂ ਇਹ ਜਿਹਾ ਸੀਨ ਸੱਚੀ ਦੱਸ ਦਿਓ, ਚਲੋ ਦਿਲ ਤੇ ਹੱਥ ਰੱਖ ਕੇ, ਤੁਸੀਂ ਇਹ ਜਿਹਾ ਸੀਨ ਆਪਦੀ ਜ਼ਿੰਦਗੀ 'ਚ ਕਿਤੇ ਵੇਖਿਆ? ਆਪਾਂ ਤਾਂ ਨਹੀਂ ਵੇਖਿਆ। ਮੈਂ ਕਹਿੰਦਾ ਅਮਰੀਕਾ ਫੇਲੋ, ਜਿੱਥੇ ਮਰਜ਼ੀ ਫੇਲੋ, ਉਹ ਧੰਨ ਨਾ ਜਾਖੜ ਜਿਹੜਾ ਥੁੱਕ ਨਾਲ ਭਰਤਾ ਫੇਰ ਵੀ ਹਲੇ ਹੌਸਲੇ ਨਾਲ ਬੈਠਿਆ। ਮਤਲਬ ਇੱਧਰਲਾ ਵੀ ਜਦ ਆਇਆ ਕਰੂ ਨਾ, ਇੱਧਰ ਵਾਲਾ ਤੁਹਾਡਾ MLA, ਇਹਨੂੰ ਵੀ ਨੁਹਾ ਧੁਆ ਕੇ ਫੇਰ ਕਹੀਂ ਭਾਊ ਇੱਧਰ ਆਵੀਂ। ਇੱਕ ਪਾਸੇ ਤਾਂ ਆਪਾਂ ਕਹਿੰਦੇ ਮੂੰਹ ਢੱਕ ਕੇ ਰੱਖੋ, ਕਰੋਨਾ ਉਹ ਨਾ ਹੋ ਜੇ, ਉਹ ਛਰਿਆ ਵੀ ਥੁੱਕੀ ਜਾਂਦਾ, ਪਤਾ ਨਹੀਂ ਕੀ ਕ੍ਰਾਈਟੇਰੀਆ ਨਹੀਂ ਤਾਂ ਵਧੇਗੀ, ਵੱਧ ਗਈ ਕੰਮ ਤਾਂ ਰੌਲਾ ਤਾਂ ਵਧਣਾ ਹੀ ਵਧਣਾ।
ਸੱਚ ਸਾਹਮਣੇ ਆਊ, ਮਗਰ ਹੁਣ ਜਿਹੜਾ ਲੁਕਾਉਂਦੇ ਸੀ ਨਾ ਕਲੀਨ ਚਿੱਟਾਂ, ਹੁਣ ਨਹੀਂ ਦਿੱਤੀਆਂ ਜਾਣੀਆਂ ਕਲੀਨ। ਦੇਖੋ ਹਲੇ ਦਿਨ ਕਿੰਨੇ ਹੋਏ ਆ, ਰਾਣਾ ਸੋਢੀ ਦਾ ਆ ਗਿਆ ਸਾਹਮਣੇ, ਜੱਗ ਜ਼ਾਹਿਰ ਹੈ। ਇਹਨਾਂ ਤੇ ਤਾਂ ਮਤਲਬ ਕਾਰਵਾਈ ਹੋਣੀ ਚਾਹੀਦੀ ਸੀ, ਕਈਆਂ ਨੇ ਜਿਨ੍ਹਾਂ ਤੇ ਪਰਦੇ ਪੈ ਗਏ ਯਾਰ। ਇੱਕ ਮਹਿਕਮੇ ਦਾ ਵਜ਼ੀਰ, ਇੰਡਸਟਰੀ ਦਾ ਮਿਨਿਸਟਰ 400 ਕਰੋੜ ਖੁਰਤ-ਬੁਰਤ ਕਰ ਜੇ, ਕੀ ਉਹ ਤੇ ਕਾਰਵਾਈ ਨਹੀਂ ਬਣਦੀ? ਮਾਈਨਿੰਗ ਮਾਫੀਆ ਦਾ ਹਜ਼ਾਰਾਂ ਕਰੋੜ ਖੁਰਤ-ਬੁਰਤ ਹੋ ਗਿਆ, ਕੀ ਕਾਰਵਾਈ ਨਹੀਂ ਬਣਦੀ? ਸ਼ਰਾਬ ਮਾਫੀਆ ਦੀ ਕੈਬਨਿਟ 'ਚ ਰੌਲਾ ਪੈ ਜੇ, ਮਗਰ ਬਾਹਰ ਆ ਕੇ ਉਹ ਤੋਂ ਖੁਰਤ-ਬੁਰਤ ਕਰਤਾ ਜਾਵੇ। ਇਸੇ ਤਰ੍ਹਾਂ ਆ ਜਿਹੜਾ MLA ਜਿਹੜਾ ਕਹਿੰਦਾ ਸੀ ਹੁਣ ਇਸ ਤਰ੍ਹਾਂ ਛਿੱਕਾ ਵੱਜੂ, ਉਹ ਦਰਸ਼ਨ ਬਰਾੜ, ਹੁਣ ਉਹ ਦੱਸੇ ਕਿਸ ਤਰ੍ਹਾਂ ਵੱਜੂ? ਦੇਖੋ ਕਿਸੇ ਨੂੰ ਤੁਸੀਂ ਕੋਈ ਦੇਖੋ ਸਧਾਰਨ ਬੰਦਾ ਇੱਥੇ ਫੋਰੈਸਟ ਲੈਂਡ 'ਚ ਕੋਈ ਚੀਜ਼ ਬਣਾ ਕੇ ਵਿਖਾਵੇ, ਉਹਨੇ ਫੋਰੈਸਟ ਲੈਂਡ 'ਚ ਕ੍ਰਸ਼ਰ ਵੀ ਲਾਇਆ। ਉਹ ਜਿਸ ਦਿਨ ਅਸੀਂ ਰੇਡ ਕੀਤੀ ਉਸ ਦਿਨ ਕਿਵੇਂ ਭੱਜੇ ਉੱਥੋਂ ਸਾਰੇ ਰਾਹ 'ਚ, ਵੇਖੋ ਬਦਮਾਸ਼ੀ ਕਿਸ ਲੈਵਲ ਦੀ ਕੀਤੀ ਕਿ ਰਾਹ ਪੁੱਟਤੇ ਪੰਚਾਇਤੀ ਰਾਹ। ਔਰ ਉਸ ਤੇ 2020 ਦਾ ਸਰਕਾਰੀ ਮਹਿਕਮੇ ਨੇ 1.5 ਕਰੋੜ ਦਾ ਉੱਤੇ ਉਹ ਪਾਇਆ ਹੋਇਆ ਪੈਨਲਟੀ, ਉਹ ਨਹੀਂ ਅੱਜ ਤੱਕ ਦਿੱਤੀ, ਬਲਕਿ ਉੱਤੋਂ ਕ੍ਰਸ਼ਰ ਚਲਾਈ ਗਿਆ। ਉਹ ਪੈਨਲਟੀ ਨੂੰ ਕਰਦੇ ਕਰਦੇ ਕ੍ਰਿਮੀਨਲ ਪਰਚੇ ਕਿਉਂ ਨਹੀਂ ਦਰਜ ਹੋ ਰਹੇ? ਪਰਚਾ ਹੋ ਰਿਹਾ ਤੁਹਾਡੇ ਪਾਰਟੀ ਦੇ? ਹਾਂਜੀ ਪਰਚਾ ਹੋ ਰਿਹਾ ਪ੍ਰਧਾਨ? ਹਾਂ, ਪਰ ਪਰਚੇ ਸਾਡੇ ਤੇ ਦੇਤੇ। ਹੁਣ ਸਾਨੂੰ ਤਾਂ ਕੋਈ ਨਹੀਂ, ਸਾਡੇ ਤੇ 100 ਦੇ ਦਿਓ, ਮਗਰ ਅਸਲੀਅਤ ਤਾਂ ਸਾਹਮਣੇ ਆ ਗਈ, ਹੁਣ ਹੋ ਗਏ ਨਾ। ਇਸ ਲਈ ਭਰਾ ਲੈ ਹੌਲੀ ਹੌਲੀ ਦੇਖ ਅੱਗੇ ਹੁੰਦਾ ਕੀ ਹੈ। ਕਾਂਗਰਸੀ ਕਹਿ ਰਹੇ ਜੀ ਕਿ ਇਸ ਵੇਲੇ ਜਿਹੜੇ ਇਲੈਕਸ਼ਨ ਨੇੜੇ ਆ ਗਏ ਨੇ, ਜਿਹਦੇ ਕਾਰਨ ਕਾਂਗਰਸੀ ਹਾਈ ਕਮਾਂਡ ਦੀ ਮਜਬੂਰੀ ਬਣ ਗਈ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾਉਣਾ। ਦੇਖੋ ਕੀ ਹੋਰ ਕੀ ਚਾਹੀਦਾ ਇਹਨਾਂ ਨੇ, ਉਹਨੂੰ ਇਹਦੇ ਗੁਰੂ ਨੂੰ ਵੀ ਤਾਂ ਖੁਸ਼ ਰੱਖਣਾ। ਉਹ ਗੁਰੂ ਦਾ ਇੱਕ ਨਵਾਂ ਇੱਕ ਹੋਰ ਗੁਰੂ ਸੌਦਾ ਸਾਧ, ਜਿਹਦੇ ਅੱਗੇ ਫੋਟੋ ਤਾਂ ਵੇਖੀ ਹੋਣੀ ਤੁਸੀਂ, ਇਸ ਤਰ੍ਹਾਂ ਹੱਥ ਜੋੜੀ ਖੜਾ ਸੀ ਉਹਦੇ ਅੱਗੇ ਆਸ਼ੀਰਵਾਦ ਲੈਂਦਾ। ਇਸ ਲਈ ਨਵਜੋਤ 3 ਸਾਲ ਆਇਆ, ਇਹਨਾਂ ਨੇ ਜੋਕਿੰਗ ਪ੍ਰੈਜ਼ੀਡੈਂਟ, ਬਾਕੀ ਲਾਇਆ ਵਰਕਿੰਗ ਪ੍ਰੈਜ਼ੀਡੈਂਟ। ਇਹਨਾਂ ਨੇ ਤਾਂ ਲੱਲੀਆਂ ਟੱਪੀਆਂ ਮਾਰੀ ਜਾਣੀਆਂ, ਲੋਕਾਂ ਦੇ ਢਿੱਡ ਤਾਂ ਨਹੀਂ ਤਾਂ ਭਰਦੇ। ਸਾਹਿਬ ਨੇ ਬਿਆਨ ਦਿੱਤਾ ਕਿ ਕਿਸਾਨਾਂ ਕੋਲ ਕੋਈ ਵਿਜ਼ਨ ਨਹੀਂ ਹੈਗਾ, ਗੱਲ ਕੀ ਕਰੀਏ ਉਹਨਾਂ ਨਾਲ, ਉਸ ਬਾਰੇ ਕੀ ਕਹਿਣਾ? ਦੇਖੋ ਦੋ ਗੱਲਾਂ ਨੇ ਜੀ ਇਹਦੇ ਤੇ। ਪਹਿਲਾ ਗੱਲ ਤਾਂ ਕੱਲ ਜਿਹੜਾ ਕਾਂਗਰਸ ਦੇ ਪੱਪੂ ਨੇ ਟਰੈਕਟਰ ਚਲਾਇਆ, ਚਲੋ ਤੁਸੀਂ ਟਰੈਕਟਰ ਚਲਾਓ, ਭਾਵੇਂ ਬੈਲ ਗੱਡੀ ਚਲਾਓ, ਜੋ ਮਰਜ਼ੀ ਕਰੋ, ਮਗਰ ਤੁਸੀਂ ਉਸ ਦਿਨ ਗੈਰ ਹਾਜ਼ਰ ਕਿਉਂ ਸੀ? ਜਿਸ ਦਿਨ ਇਹ ਬਿੱਲ ਪਾਸ ਹੋਣੇ ਸੀ ਉਸ ਦਿਨ ਕਾਂਗਰਸ ਦੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਿਉਂ ਭੱਜੇ ਦੇਸ਼ ਛੱਡ ਕੇ? ਔਰ ਇਹਨਾਂ ਨੇ ਆਪਣੇ MPਆਂ ਨੂੰ ਵਿਪ ਕਿਉਂ ਨਹੀਂ ਜਾਰੀ ਕੀਤੀ ਉਸ ਦਿਨ ਕਿ ਤੁਸੀਂ ਇਹਦਾ ਵਿਰੋਧ ਕਰਨਾ? ਇਹ ਵਾਕਆਊਟ ਕਰ ਗਏ। ਔਰ ਉਹੀ ਕੰਮ ਰਾਜ ਸਭਾ 'ਚ ਹੋਇਆ। UPA ਕਾਂਗਰਸ ਲੈਡ ਅਲਾਇੰਸ ਦੀ ਗਿਣਤੀ NDA ਨਾਲੋਂ ਉਸ ਦਿਨ ਵੱਧ ਸੀ। ਬਿੱਲ ਸਿਰਫ ਇਸ ਲਈ ਪਾਸ ਹੋਏ ਰਾਜ ਸਭਾ 'ਚ ਕਿਉਂਕਿ ਕਈ ਕਾਂਗਰਸੀ ਗੈਰ ਹਾਜ਼ਰ ਹੋ ਗਏ। ਉਸ ਦਿਨ ਰਾਹੁਲ ਗਾਂਧੀ ਸੋਨੀਆ ਗਾਂਧੀ ਨੇ ਵਿਪ ਜਾਰੀ ਕਿਉਂ ਨਾ ਕੀਤਾ? ਅੱਜ ਤੁਸੀਂ ਟਰੈਕਟਰ ਚਲਾ ਲਓ, ਜੋ ਮਰਜ਼ੀ ਕਰ ਲਓ, ਲੋਕੀ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣੇ। ਔਰ ਦੂਜੀ ਗੱਲ, ਜੋ ਤੋਮਰ ਸਾਹਿਬ ਦੀ ਜਾਂ ਇਸ ਤੋਂ ਪਹਿਲਾਂ ਬੀਬੀ ਲੇਖੀ ਦੀ ਜੋ ਬਿਆਨਬਾਜ਼ੀ ਆ ਰਹੀ ਹੈ ਕਿਸਾਨਾਂ ਪ੍ਰਤੀ, ਦੇਸ਼ ਦੇ ਅੰਨਦਾਤਾ ਪ੍ਰਤੀ, ਉਹ ਬਹੁਤ ਹੀ ਨਿੰਦਣਯੋਗ ਹੈ। ਔਰ ਭਾਜਪਾ ਦੀ ਮਾਨਸਿਕਤਾ ਇਸ ਗੱਲ ਤੋਂ ਬਾਹਰ ਨਿਕਲ ਕੇ ਆਉਂਦੀ ਹੈ ਕਿ ਇੱਕ ਪਾਸੇ ਗੱਲ ਕਰਦੇ ਆ ਤੇ ਦੂਜੇ ਪਾਸੇ ਜਦ ਗੱਲ ਇਹਨਾਂ ਨੂੰ ਮੁਕਾਈ ਨਹੀਂ ਜਾਂਦੀ, ਫਿਰ ਇਹਨਾਂ ਨੂੰ ਕਦੇ ਵਿਚੋਲੀਆ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਕੁਛ। ਇਹ ਜਿਹਾ ਕੰਮ ਇਹਨਾਂ ਨੂੰ ਨਾ ਕਰਦੇ ਹੋ। ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ। ਠੀਕ ਹੈ ਜੀ। ਇੱਕ ਕੱਲ ਨੌਕਰੀਆਂ ਦੇ ਦਿੱਤੀਆਂ ਉਹਨਾਂ ਨੂੰ, ਜੋੜਾ ਫੜ ਵਾਲਿਆਂ ਨੂੰ 50 ਸਾਰਿਆਂ ਨੂੰ ਨਹੀਂ ਮਿਲਿਆ, 34 ਨੂੰ ਦੇ ਦਿੱਤੀ, 34 ਪਰਿਵਾਰਾਂ। ਦੇਖੋ ਮੈਨੂੰ ਪਹਿਲਾਂ ਤਾਂ ਇਸ ਮਸਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਲੜਾਈ ਲੜੀ ਸੀ ਔਰ ਸਾਰੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ। ਚਲੋ ਕੁਛ ਨੂੰ ਮਿਲੀ। ਇਹ ਮੈਂ ਸਮਝਦਾ ਕਿ ਸਾਡੇ ਵਰਕਰਾਂ ਦੀ ਜਿਹੜੇ ਉਸ ਹਲਕੇ 'ਚ ਜਿਨ੍ਹਾਂ ਨੇ ਪੈਰਵਾਈ ਕੀਤੀ ਆ, ਇਹ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਦੀ ਸੁਣਵਾਈ ਹੋਈ ਆ। ਮਗਰ ਅਫਸੋਸ ਇਸ ਗੱਲ ਦਾ ਕਿ ਜਿਹੜਾ ਉਸ ਵੇਲੇ ਹੁਣ ਪਤਾ ਨਹੀਂ ਠੋਕੋ ਤਾਲੀ ਕਹੀਏ ਕਿ ਠੁੱਕ ਸਿੱਟਣ ਵਾਲਾ ਪ੍ਰਧਾਨ ਕਹੀਏ, ਉਹਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਗੋਦ ਲਵਾਂ, ਬੱਚਿਆਂ ਨੂੰ। ਕਿੰਨਿਆਂ ਨੂੰ ਗੋਦ ਲਿਆ ਜੀ? ਇੱਕ ਨੂੰ ਨਹੀਂ। ਮੈਂ ਇਹਨਾਂ ਦੀ ਸਾਰੀ ਐਜੂਕੇਸ਼ਨ ਦੇ ਪੈਸੇ ਦਊਂ, ਕਿੰਨਿਆਂ ਨੂੰ ਦਿੱਤਾ ਜੀ? ਇੱਕ ਨੂੰ ਨਹੀਂ। ਜਿਹੜੇ ਦੇਖੋ ਕਿਸੇ ਦੀ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਕਮਾਉਣ ਵਾਲਾ ਇਨਸਾਨ ਉਹਨਾਂ ਦੇ ਪਰਿਵਾਰ ਦਾ ਚਲੇ ਜਾਵੇ, ਮੌਕੇ ਦੀ ਨਜ਼ਾਕਤ ਤਾਂ
ਫਾਇਦਾ ਉਠਾਓ। ਉਹ ਤਾਂ ਵੈਸੇ ਤਸਵੀਰ ਉਦੋਂ ਹੀ ਸਪਸ਼ਟ ਹੋ ਗਈ ਜਦੋਂ ਇਹਨਾਂ ਨੇ ਕੈਂਡਲ ਮਾਰਚ ਕੀਤਾ ਸੀ ਤੇ ਸਾਰੇ ਕਾਂਗਰਸੀ ਵਿੱਚੇ ਥੁੱਕ ਸੱਟਣ ਵਾਲਾ ਤੇ ਵਿੱਚੇ ਜਾਖੜ ਹੋਰੀ ਸਾਰੇ ਦੰਦੀਆਂ ਕੱਢਦੇ ਸੀ। ਉਦੋਂ ਹੀ ਇਹਨਾਂ ਦੀ ਮਾਨਸਿਕਤਾ ਬਾਹਰ ਨਿਕਲ ਆ ਗਈ ਸੀ ਕਿ ਇਹਨਾਂ ਨੇ ਕਰਨਾ ਕਰਾਉਣਾ ਕੁਛ ਨਹੀਂ। ਚਲੋ ਅੱਜ ਜੇ ਕੈਪਟਨ ਸਾਹਿਬ ਨੇ ਇਹਨਾਂ ਨੂੰ ਨੌਕਰੀ ਦੇ ਦਿੱਤੀ ਹੈ, ਮੈਂ ਕੈਪਟਨ ਸਾਹਿਬ ਨੂੰ ਅਪੀਲ ਕਰਦਾ ਕਿ ਨੌਕਰੀ ਨਾਲ ਇਕੱਲੇ ਨਾਲ ਮਸਲਾ ਹੱਲ ਨਹੀਂ ਹੋਣਾ, ਬਾਕੀਆਂ ਨੂੰ ਵੀ ਦਿਓ। ਜੋ ਆਰਥਿਕ ਜੋ ਉਹਨਾਂ ਦੀ ਟਰਾਮਾਟਾਈਜ਼ਡ ਹੋਇਆ, ਜੋ ਉਹਨਾਂ ਦੀ ਦਿਮਾਗੀ ਨੁਕਸਾਨ ਹੋਇਆ, ਆਰਥਿਕ ਨੁਕਸਾਨ ਹੋਇਆ, ਉਸ ਦੀ ਵੀ ਭਰਪਾਈ ਕਰੋ। ਔਰ ਜੋ ਗੱਲ ਕਹੀ ਗਈ ਸੀ ਕਿ ਮੈਂ ਐਜੂਕੇਸ਼ਨ ਦਾ ਖਰਚਾ ਮੈਂ ਇਹਨਾਂ ਨੂੰ ਗੋਦ ਲਊਂਗਾ, ਮੈਂ ਕਿਉਂਕਿ ਕਈ ਪਰਮਨੈਂਟਲੀ ਡਿਸੇਬਲ ਹੋ ਗਏ ਆ, ਕੁਝ ਕਰਨ ਜੋਗੇ ਨਹੀਂ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਉਹਨਾਂ ਦੇ ਵਾਸਤੇ ਕਿਵੇਂ ਸਰਕਾਰ ਬਾਂਹ ਫੜੂਗੀ? ਇੱਕ ਤਾਂ ਹੋਵੇ ਤੇ ਜਿਨ੍ਹਾਂ ਦੇ ਕਰਕੇ ਹਾਦਸਾ ਵਾਪਰਿਆ ਉਹ ਅੱਜ ਤੱਕ ਕ੍ਰਿਮੀਨਲ ਐਕਸ਼ਨ ਨੂੰ escape ਕਰ ਰਹੇ, ਉਹਨਾਂ ਦੀ ਅੱਜ ਵੀ ਮਦਦ ਕੀਤੀ ਜਾ ਰਹੀ। ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋਵੇ ਕਿ ਗਾਂ ਕੋਈ ਇਹੋ ਜਿਹੀ ਗਲਤੀ ਨਾ ਕਰੇ ਕਿ ਕਿਵੇਂ ਬਗੈਰ ਪਰਮਿਸ਼ਨ ਤੋਂ ਰੇਲਵੇ ਫਾਟਕ ਦੇ ਨੇੜੇ ਦੁਸ਼ਹਿਰਾ ਮਨਾਉਣ ਦਿੱਤਾ ਗਿਆ, ਕਿਵੇਂ ਉੱਥੇ ਪੁਲਿਸ ਪਹੁੰਚ ਗਈ, ਕਿਵੇਂ ਉੱਥੇ ਫਾਇਰ ਬ੍ਰਿਗੇਡ ਪਹੁੰਚ ਗਏ। ਇਹ ਮਹਿਕਮੇ ਜਿਵੇਂ ਸਾਰੀ ਰਲੀ ਮਿਲੀ ਭੁੱਖ ਸੀ ਉਹਦੇ ਤੇ ਕਾਰਵਾਈ ਜੇ ਹੋਊਗੀ ਤੇ ਗਾਂ ਕੋਈ ਇਹੋ ਜਿਹੀ ਗਲਤੀ ਨਹੀਂ ਕਰੂਗਾ, ਨਹੀਂ ਤਾਂ ਹਾਦਸਾ ਤਾਂ ਫੇਰ ਵਾਪਰ ਜੂ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਪ੍ਰਧਾਨ ਬਣਾਉਣ ਤੋਂ ਬਾਅਦ ਭਗਵੰਤ ਮਾਨ ਬਹੁਤ ਖੁਸ਼ ਹਨ। ਸਾਰੀ ਖੁਸ਼ ਆ ਭਰਾਵਾ। ਸਰ ਜਿਹੜੀ ਸਿੱਧੂ ਤੇ ਕੈਪਟਨ ਦੇ ਵਿਚਕਾਰ ਇੱਕ ਤਕਰਾਰ ਚੱਲਦੀ ਪਈ ਸੀ, ਉਹ ਕੁਰਸੀ ਦੀ ਤਕਰਾਰ ਸੀ ਜਾਂ ਫਿਰ ਪੰਜਾਬ ਦੇ ਮੁੱਦਿਆਂ ਦੀ ਤਕਰਾਰ ਸੀ? ਤੁਹਾਨੂੰ ਕੀ ਲੱਗਦਾ? ਦਿਲ ਤੇ ਹੱਥ ਰੱਖ ਕੇ, ਹਾਂਜੀ ਦਿਲ ਤੇ ਹੱਥ ਰੱਖ ਕੇ ਤੈਨੂੰ ਕੀ ਲੱਗਦਾ? ਤੁਸੀਂ ਦੱਸੋ ਸਰ। ਤੈਨੂੰ ਕੀ ਲੱਗਦਾ? ਜਿਹੜੇ ਸਾਰੇ ਹੱਸੇ ਤੇ ਤੁਸੀਂ ਲਾਏ, ਉਹਨੂੰ ਕੁਰਸੀ ਦੀ ਲੱਗਦੀ ਹੈ। ਸਾਰੇ ਜਿਹੜੇ ਹੱਸੇ ਹੋ ਨਾ ਤੁਸੀਂ ਵੀ ਸਮਝਦੇ ਹੋ, ਸੁਣਨਾ ਮੇਰੇ ਮੂੰਹੋਂ ਚਾਹੁੰਦੇ ਹੋ। ਮਸਲਾ ਤਾਂ ਕੱਲਾ ਕੁਰਸੀ ਦਾ ਸੀ। ਅੱਜ ਉਹੀ ਤਾਂ ਜਿਹੜੇ ਜਿਨ੍ਹਾਂ ਦੇ ਖਿਲਾਫ ਇਲਜ਼ਾਮ ਸੀ ਨਾ, ਉਹ ਜਿਹੜਾ ਆਲਾ ਦੁਆਲਾ ਟੋਲੀ ਤੁਰੀ ਫਿਰਦੀ ਆ, ਉਹ 4.5 ਸਾਲ ਪਹਿਲਾਂ ਤਾਂ ਮਲਾਈ ਦੂਜੇ ਪਾਸੇ ਖਾਂਦੇ ਰਹੇ, ਹੁਣ ਇੱਧਰ ਆ ਕੇ ਪਵਿੱਤਰ ਹੋ ਗਏ। ਇੱਥੇ ਕਿਹੜੀ ਇਹੋ ਜਿਹੀ ਬਖਸ਼ਿਸ਼ ਹੈ ਜਿਹੜੀ ਇਹਨੇ ਕਰਤੀ ਹੈ? ਇਕੱਲਾ ਥੋਕੀ ਛੱਡਦਾ, ਹੋਰ ਤਾਂ ਕੱਖ ਨਹੀਂ ਕਰਦਾ। ਇਸ ਲਈ ਭਰਾ ਇਹ ਕੰਮਾਂ 'ਚ ਕੀ ਕੰਮ ਤੁਸੀਂ ਸਵਾਲ ਪੁੱਛਦੇ? ਤੁਹਾਨੂੰ ਵੀ ਪਤਾ ਪੰਜਾਬ ਦੇ ਮੁੱਦੇ ਨੌਕਰੀਆਂ ਦੇ ਉੱਥੇ ਜਿਹੜੇ ਪੰਜਾਬ ਦੇ ਕੱਚੇ ਮੁਲਾਜ਼ਮ ਸੀ ਪੱਕੇ ਕਰਨੇ, ਉਹ ਮੁੱਦੇ ਉੱਥੇ ਦੇ ਉੱਥੇ। ਕਿਸਾਨ ਦੇਖੋ ਅੱਜ ਇਹਨਾਂ ਨੇ ਕਰਤਾ। ਮੈਂ ਬਾਲ ਸੁਖਬੀਰ ਜੀ ਨੂੰ ਇਹ ਗੱਲ ਕਹੀ ਸੀ ਕਿ ਜਿੱਦਣ ਸਾਡੀ ਸਰਕਾਰ ਬਣੂਗੀ ਅਸੀਂ ਜਿੰਨੇ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਉਹਨਾਂ ਨੂੰ ਨੌਕਰੀ ਦੇਵਾਂਗੇ। ਇਹਨਾਂ ਨੇ ਵੀ ਐਲਾਨ ਕਰ ਅੱਜ ਹੁਣ ਇਹਨਾਂ ਨੇ ਐਲਾਨ ਕੀਤਾ, ਉਹ ਅੱਧਿਆਂ ਦਾ ਕੀਤਾ, ਅੱਧਿਆਂ ਦਾ ਨਹੀਂ ਕੀਤਾ, ਕਿਉਂਕਿ ਕਿਸਾਨ ਜਥੇਬੰਦੀਆਂ ਇਹਦੀ ਗਿਣਤੀ 400 ਤੇ 500 ਦੇ ਵਿੱਚ ਕਹਿੰਦੀ। ਮੈਂ ਇਹਨਾਂ ਨੇ 200 ਕੁਛ ਕਿਹਾ ਸਰਕਾਰ ਨੇ, ਬਾਕੀਆਂ ਦਾ ਨਹੀਂ ਕੀਤਾ ਉਹ ਮੈਂ ਕਹਿ ਰਿਹਾ। ਮਗਰ ਨਾਲ ਹੀ ਕਾਂਗਰਸ ਨੇ ਜੇ ਹੁਣ ਇਹਨਾਂ ਨੂੰ ਅੱਜ ਕਿਸਾਨੀ ਤੇ ਤਰਸ ਆਇਆ ਤੇ ਚੋਣ ਮੈਨੀਫੈਸਟੋ ਜਾਂ ਤਲਵੰਡੀ ਸਾਬੋ ਦੀ ਧਰਤੀ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ ਸੀ ਕਿ ਜੇ ਕੋਈ ਪਰਿਵਾਰ ਖੁਦਕੁਸ਼ੀ ਕੀਤੀ ਆ ਉਹਨਾਂ ਦਾ 10 ਲੱਖ ਮਾਫ, 10 ਲੱਖ ਮਦਦ ਦਿੱਤੀ ਜਾਊਗੀ, ਕਰਜ਼ਾ ਮਾਫ ਹੋਊਗਾ, ਇੱਕ ਜੀ ਨੂੰ ਨੌਕਰੀ ਦਿੱਤੀ ਜਾਊਗੀ, ਫਿਰ ਉਹਨਾਂ ਨੂੰ ਵੀ ਦਿਓ। ਪਿਕ ਐਂਡ ਚੂਜ਼ ਨਾ ਕਰੋ। ਅੱਜ ਉਹ 1500 ਤੋਂ ਵੱਧ 2000 ਬੰਦੇ ਹੋ ਗਏ ਜਿਨ੍ਹਾਂ ਨੂੰ ਨੌਕਰੀ, ਕਿਸਾਨਾਂ ਦੇ ਪਰਿਵਾਰ ਜਿਹੜੇ ਆ ਬਿਲਕੁਲ ਮਧਿਆਲੀ 'ਚ ਨੇ, ਉਹਨਾਂ ਨੂੰ ਵੀ ਦੇ ਦਿਓ ਫਿਰ। ਇਸ ਲਈ ਇਹ ਇਕੱਲਾ ਫॉर द ਸੇਕ ਆਫ ਪੋਲਿਟਿਕਸ ਗੱਡੀ ਨਹੀਂ ਚੱਲਣੀ। ਔਰ ਇਸੇ ਤਰ੍ਹਾਂ ਪੇ ਕਮਿਸ਼ਨ ਦੇ ਮੁੱਦੇ ਹੱਲ ਨਹੀਂ ਹੋ ਰਹੇ। ਇੱਕ ਪਾਸੇ ਤਾਂ ਕਹਿੰਦੇ ਸਾਡੇ ਫਰੰਟ ਲਾਈਨ ਵਾਰੀਅਰਸ ਨੇ ਡਾਕਟਰ, ਉਹ ਤਾਂ ਧਰਨੇ ਤੇ ਬੈਠੇ। ਹਰ ਵਰਗ ਪੇ ਕਮਿਸ਼ਨ ਤੋਂ ਔਖੇ, ਸੈਂਟਰਲ ਪੇ ਕਮਿਸ਼ਨ ਖਤਮ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ, ਇਸੇ ਤਰ੍ਹਾਂ ਬੇਰੋਜ਼ਗਾਰੀ ਭੱਤਾ, ਇਹ ਤਾਂ ਬੜੇ ਹੀ ਮੁੱਦੇ ਨੇ। ਕਿਸਾਨੀ ਕਰਜ਼ਾ ਮਾਫੀ, ਉਹ ਸਾਰੇ ਮੁੱਦੇ ਐਜ਼ ਇਟ ਇਜ਼ ਖਲੋਤੇ, ਉਹਨਾਂ ਦਾ ਬਣਿਆ ਕੱਖ। ਕਿਸਾਨ ਸਿੱਧੂ ਦਾ ਵਿਰੋਧ ਕਰਦੇ ਨੇ। ਸਿੱਧੂ ਨੇ ਕਿਹਾ ਸੀ ਅਸੀਂ ਕਿਸਾਨਾਂ ਦੇ ਨਾਲ ਆ, ਲੇਕਿਨ ਜਿਹੜਾ ਪਿਆਸਾ ਉਹਨੂੰ ਖੂਹ ਦੇ ਕੋਲ ਆਉਣਾ ਪਏਗਾ, ਤੇ ਕਿਸਾਨਾਂ ਨੇ ਸਾਫ਼ ਕਹਿਤਾ ਵੀ ਖੂਹ ਅਸੀਂ ਨਹੀਂ ਆ, ਪਿਆਸੇ ਤੁਸੀਂ ਉਹ ਸਾਡੇ ਕੋਲ ਆਓ। ਦੇਖੋ ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਮੀ ਟੂ ਮੰਤਰੀ ਹੈ ਚੰਨੀ, ਜਿਹੜਾ ਧੀਆਂ ਭੈਣਾਂ ਦਾ ਨਹੀਂ ਸਤਿਕਾਰ ਕਰਦਾ, ਉਹ ਕਿਸਾਨੀ ਦਾ ਕਿੱਡਾ ਸਤਿਕਾਰ ਕਰਦਾ। ਉਹਨੇ ਸਭ ਬੱਚੇ ਨੂੰ ਪਤਾ ਐਸਐਸਪੀ ਦੀ ਖਿਚਾਈ ਕੀਤੀ, ਪਰਚਾ ਦਰਜ ਕਰਾਇਆ ਪਹਿਲਾਂ ਕਿਸਾਨਾਂ ਤੋਂ, ਕੱਲ ਮੁੱਕਰਿਆ। ਜਿੱਦਣ ਪਰਚਾ ਦਰਜ ਹੋਇਆ ਉਸ ਦਿਨ ਇਹਨੇ ਮੰਨਿਆ ਕਿ ਆ ਮੈਂ ਕਰਾਇਆ, ਅੱਜ ਕੱਲ ਮੁੱਕਰਿਆ। ਇਹਨਾਂ ਦਾ ਸਾਫ਼ ਜੋ ਇਹਨਾਂ ਦੀ ਸੋਚ ਹੈ ਇੱਥੋਂ ਹੀ ਨਿਕਲ ਕੇ ਆਉਂਦੀ। ਔਰ ਕਿਸਾਨਾਂ ਨੇ ਉਸ ਗੱਲ ਦਾ ਜਵਾਬ ਦੇ ਦਿੱਤਾ ਕਿ ਪਿਆਸਾ ਕਿਹੜਾ ਹੈ ਤੇ ਖੂਹ ਕੌਣ ਹੈ। ਔਰ ਤਦੇ ਹਲੇ ਅੱਜ ਕੱਲ ਥੋੜਾ ਚੁੱਪ ਜਾ ਹੈ ਜੀ। ਚਲੋ ਮੈਂ ਦੇਖੋ ਇਹ ਤਾਂ ਗੱਲ ਕਹਿਣੀ ਨਹੀਂ ਬਣਦੀ। ਪਿਆਸੇ ਤਾਂ ਸਾਰੇ ਇਹ ਸਾਰੇ ਲੀਡਰ ਅਸੀਂ ਸਾਰੇ ਹੀ ਆ।
ਤੇ ਇਹ ਉਲਟ ਇਹਨੂੰ ਉਹ ਹੰਕਾਰ ਹੈ ਨਾ ਜੀ, ਮੈਨੂੰ ਲੱਗਦਾ ਥੁੱਕ ਛੱਡਦੇ ਅਕਲ ਨਹੀਂ ਰਹੀ ਹੋਣੀ ਇੱਕ ਕਿਤੇ। ਅੰਦਰ ਦੀ ਖਬਰ ਇਹ ਸੀ ਕਿ ਫਾਈਨੈਂਸ ਮਿਨਿਸਟਰ ਸਾਹਿਬ ਜਿਹੜੇ ਸੀ ਉਹ ਆਪਣੇ ਹਲਕੇ ਨੂੰ ਬੜਾ ਫੰਡ ਭੇਜਦੇ ਸੀ, ਜਾਣ ਕੇ ਫੰਡਾਂ ਦੀ ਕਮੀ ਸੀ। ਹੁਣ ਇੱਕ ਅੰਦਰ ਦੀ ਖਬਰ ਹੈ ਕਿ ਸੀਐਮ ਸਾਹਿਬ ਨੇ ਉਹ ਫੰਡ ਵੀ ਰੋਕਤੇ ਉਹਨਾਂ ਨੂੰ। ਉਸ ਬਾਰੇ ਕੀ ਕਹਿਣਾ ਚਾਹੁੰਦੇ? ਰਾਜਾ ਵੜਿੰਗ ਹੋਣਾ ਨੇ ਵੀ ਵਿਰੋਧ ਕੀਤਾ ਕੋਈ ਕਾਂਗਰਸ ਦੇ। ਦੇਖੋ ਕਿਸੇ ਨੂੰ ਨੌਕਰੀ ਦੇਣੀ ਹੋਵੇ ਤੇ ਖਜ਼ਾਨਾ ਖਾਲੀ, ਕਿਸੇ ਨੂੰ ਟੀਏ ਡੀਏ ਭੱਤੇ ਦੇਣੇ ਹੋਣ ਤੇ ਖਜ਼ਾਨਾ ਖਾਲੀ। ਜੇ ਗਰੀਬਾਂ ਦੇ ਭਲੇ ਦਾ ਕੋਈ ਫੈਸਲਾ ਹੋਵੇ ਤੇ ਖਜ਼ਾਨਾ ਖਾਲੀ, ਮਗਰ ਜਦੋਂ ਕਿਸੇ ਐਮਐਲਏ ਦੇ ਪੁੱਤ ਨੂੰ ਨੌਕਰੀ ਦੇਣੀ ਹੋਵੇ ਜਾਂ ਡਿਪਟੀ ਬਣਾਉਣਾ ਹੋਵੇ ਉਦੋਂ ਖਜ਼ਾਨਾ ਭਰਿਆ। ਜਦੋਂ ਖਜ਼ਾਨਾ ਮੰਤਰੀ ਨੇ ਆਪਦੇ ਹਲਕੇ 'ਚ ਪੈਸੇ ਦੇਣੇ ਹੋਣ ਤੇ ਖਜ਼ਾਨਾ ਭਰਿਆ। ਇਹ ਵਿਤਕਰਾ ਨਹੀਂ ਹੋਣਾ ਚਾਹੀਦਾ। ਭਾਵੇਂ ਬਠਿੰਡੇ 'ਚ ਡਿਵੈਲਪਮੈਂਟ ਆਵੇ ਕਿਉਂਕਿ 4.5 ਸਾਲ ਦੀ ਰੁਕੀ ਹੈ, ਮਗਰ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਆਵੇ, ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਜਾਵੇ। ਇਹ ਨਹੀਂ ਕਿ ਪਿਕ ਐਂਡ ਚੂਜ਼ ਹੋਵੇ। ਇਹ ਗੱਲ ਦੇ ਤਾਂ ਮੈਂ ਵੀ ਹਾਂ ਕਿ ਹਰ ਇਲਾਕੇ ਨੂੰ ਅੰਮ੍ਰਿਤਸਰ ਜ਼ਿਲ੍ਹੇ ਨੂੰ ਤਾਂ ਦੇਖੋ 4-4 5-5 ਵਜ਼ੀਰ ਨੇ, 2 ਪ੍ਰਧਾਨ ਤੇ 4 ਜਾਂ 5 ਵਜ਼ੀਰ। ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੱਸ ਦਿਓ ਜੇ ਇੱਕ ਵੀ ਕੋਈ ਪ੍ਰੋਜੈਕਟ ਆਇਆ, ਕੋਈ ਇੱਕ ਪ੍ਰੋਜੈਕਟ ਲੋਕਾਂ ਦੇ ਭਲੇ ਦਾ, ਕੋਈ ਨੌਕਰੀ ਲੋਕਾਂ ਦੇ ਭਲੇ ਦੀ, ਤੇ ਲੋਕਾਂ ਨੇ ਕੀ ਕਰਨਾ ਫਿਰ? ਇਹਨਾਂ ਦੀ ਇਹ ਜੀ ਪ੍ਰਧਾਨਗੀ ਤੋਂ ਤੇ ਇਹ ਜਿਹੀਆਂ ਵਜ਼ੀਰੀਆਂ, ਜਿਹੜੇ ਪਹਿਲੇ ਕੰਮ ਸੀ ਉਹ ਵੀ ਬੰਦ ਹੋ ਗਏ। ਥੈਂਕ ਯੂ।